ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਮੈਂ ਹਾਜ਼ਰ ਹਾਂ। ਦੇਸ਼ ਦੁਨੀਆ ਦੀਆਂ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ। ਚਰਚਾ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਭਾਰਤ ਪਾਕਿਸਤਾਨ ਦੇ ਸਿੰਧੂ ਕਮਿਸ਼ਨਰਾਂ ਦੀ ਮੀਟਿੰਗ ਹੋਈ ਹੈ। ਇਹ ਕਿਹੜੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਇਸ ਮੀਟਿੰਗ ਦੇ ਵਿੱਚੋਂ? ਪਤਾ ਤੇ ਇਹ ਵੀ ਲੱਗਾ ਕੁਝ ਪ੍ਰੋਜੈਕਟਾਂ ਨੂੰ ਲੈ ਕੇ ਨਾਰਾਜ਼ਗੀਆਂ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਨੇ। ਨਵਜੀਤ ਜੀ, ਗੱਲ ਇਹ ਹੈ ਕਿ ਜਦੋਂ ਭਾਰਤ ਪਾਕ ਵੰਡ ਹੋਈ ਉਹਦੇ ਤੋਂ ਬਾਅਦ ਪਾਣੀਆਂ ਦਾ ਮੁੱਦਾ ਉੱਠ ਪਿਆ ਸੀ ਕਿ ਇੱਥੇ 5 ਦਰਿਆ ਪੰਜਾਬ ਦੇ ਵਗਦੇ ਨੇ, ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ ਤੇ ਛੇਵਾਂ ਸਿੰਧ ਜਿਹੜਾ ਜਿਹਨੂੰ ਹੁਣ ਸਿੰਧੂ ਕਹਿੰਦੇ ਨੇ, ਉਹ ਸਾਡੇ ਜੰਮੂ ਕਸ਼ਮੀਰ ਦੇ ਵਿੱਚੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਜਾ ਕੇ ਫਿਰ ਪਾਕਿਸਤਾਨੀ ਪੰਜਾਬ 'ਚ ਲੰਘਦਾ ਸਮੁੰਦਰ ਤੱਕ ਜਾਂਦਾ ਤੇ ਸਾਡੇ ਪੰਜਾਬ ਵਾਲੇ 5 ਦਰਿਆ ਵੀ ਹੌਲੀ ਹੌਲੀ ਉਹਦੇ ਵਿੱਚ ਪੈ ਜਾਂਦੇ ਨੇ ਜੀ। ਫਿਰ ਸਵਾਲ ਇਹ ਸੀ ਕਿ ਇਹਨਾਂ ਪਾਣੀਆਂ ਦੀ ਵੰਡ ਕਿੱਦਾਂ ਕੀਤੀ ਜਾਵੇ। ਵਰਲਡ ਬੈਂਕ ਨੇ ਵਿਚੋਲਗੀ ਕੀਤੀ, ਇੱਕ ਰਸਤਾ ਨਿਕਲਿਆ ਸੀ ਜਿਹਦੇ 'ਚ ਇਹ ਆਖਿਆ ਗਿਆ ਕਿ ਲਹਿੰਦੇ ਪਾਸੇ ਦੇ 3 ਦਰਿਆ ਸਿੰਧ, ਜੇਹਲਮ ਤੇ ਚਨਾਬ, ਉਹਨਾਂ ਦਾ ਪਾਣੀ ਪਾਕਿਸਤਾਨ ਵਰਤ ਲਵੇ ਤੇ ਚੜ੍ਹਦੇ ਪਾਸੇ ਵਾਲੇ ਸਤਲੁਜ ਤੇ ਬਿਆਸ ਤੇ ਰਾਵੀ, ਇਹਨਾਂ ਤਿੰਨਾਂ ਦਾ ਪਾਣੀ ਭਾਰਤ ਤੇ ਭਾਰਤੀ ਪੰਜਾਬ ਵਿੱਚ ਵਰਤ ਲਿਆ ਜਾਵੇ ਜੀ। ਇਹ ਵੱਖਰੀ ਗੱਲ ਹੈ ਕਿ ਅਸੀਂ ਅਜੇ ਤੱਕ ਇਹਨਾਂ 3 ਦਰਿਆਵਾਂ ਦਾ ਪਾਣੀ ਪੂਰਾ ਨਹੀਂ ਵਰਤ ਸਕੇ। ਰਾਵੀ ਦਾ ਅਖੀਰਲਾ ਹੈਡਵਰਕ ਸਾਡੇ ਕੋਲ ਮਾਧੋਪੁਰ ਹੈ, ਜਿੱਥੋਂ ਜੰਮੂ ਕਸ਼ਮੀਰ 'ਚ ਦਾਖਲ ਹੋਈਦਾ। ਉਹਦੇ ਤੋਂ ਬਾਅਦ ਬਥੇਰਾ ਵਹਿਣ ਵਗਦਾ ਜਾਂਦਾ ਜਿਹੜਾ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਦੇ ਵਿਚਾਲਿਓਂ ਜਾ ਕੇ ਹੌਲੀ ਹੌਲੀ ਪਾਕਿਸਤਾਨ 'ਚ ਪੈਂਦਾ। ਇੱਧਰੋਂ ਸਾਡੇ ਸਤਲੁਜ ਤੇ ਬਿਆਸ, ਹਰੀਕੇ ਪੱਤਨ ਜਾ ਕੇ ਇਕੱਠੇ ਹੋ ਜਾਂਦੇ। ਇੱਥੋਂ ਫਿਰ ਸਤਲੁਜ ਦੇ ਵਿੱਚ ਬਹੁਤ ਪਾਣੀ ਜਾਂਦਾ ਜਿਹੜਾ ਹੁਸੈਨੀ ਵਾਲੇ ਜਾ ਕੇ ਇਕੱਠਾ ਹੁੰਦਾ ਤੇ ਉੱਥੋਂ ਫਿਰ ਅੱਗੇ ਪਾਕਿਸਤਾਨ ਨੂੰ ਜਾਂਦਾ। ਅਸੀਂ ਅਜੇ ਤੱਕ ਉਹ ਰੋਕ ਨਹੀਂ ਸਕੇ ਜੀ। ਪਰ ਉਦੋਂ ਜਦੋਂ ਵਰਲਡ ਬੈਂਕ ਨੇ ਸਮਝੌਤਾ ਕਰਾਇਆ ਤੇ ਇੱਕ ਦੋਵਾਂ ਤਰ੍ਹਾਂ ਦਾ ਸਿੰਧੂ ਕਮਿਸ਼ਨ ਬਣਿਆ ਸੀ। ਸਿੰਧੂ ਵਾਟਰ ਟ੍ਰੀਟੀ ਦੇ ਬਾਅਦ ਇੱਕ ਸਿੰਧੂ ਵਾਟਰ ਕਮਿਸ਼ਨ ਬਣਾ ਦਿੱਤਾ ਗਿਆ, ਜਿਹਦੇ 'ਚ ਫੈਸਲਾ ਹੋਇਆ ਸੀ ਕਿ ਹਾਲਾਤ ਕੋਈ ਵੀ ਹੋਣ, ਹਰ ਹਾਲਤ ਵਿੱਚ ਹਰ ਸਾਲ ਦੋਵਾਂ ਦੇਸ਼ਾਂ ਦੇ ਸਿੰਧੂ ਕਮਿਸ਼ਨਰਾਂ ਦੀ ਮੀਟਿੰਗ ਹੋਇਆ ਕਰੇਗੀ। ਇੱਕ ਮੀਟਿੰਗ ਭਾਰਤ ਵਿੱਚ ਹੋਇਆ ਕਰੇਗੀ, ਦੂਸਰੇ ਸਾਲ ਪਾਕਿਸਤਾਨ 'ਚ ਹੋਇਆ ਕਰੇਗੀ। ਇਹ ਚੱਲਦੀਆਂ ਰਹੀਆਂ, ਪਰ ਇਹਨਾਂ ਦੇ ਵਿੱਚ ਵਿਘਨ ਪਿਆ ਸੀ 2019 'ਚ। ਸਾਰਿਆਂ ਨੂੰ ਪਤਾ 5 ਅਗਸਤ 2019 ਨੂੰ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜ ਦਿੱਤੀ ਸੀ ਜੀ। ਉਹ ਜਦੋਂ ਇਹ ਤੋੜੀ ਗਈ ਤੇ ਜੰਮੂ ਕਸ਼ਮੀਰ ਦੇ ਇੱਕ ਦੀ ਥਾਂ 2 ਰਾਜ ਬਣਾ ਦਿੱਤੇ ਗਏ। ਉਹਦੇ ਉੱਤੇ ਪਾਕਿਸਤਾਨ ਨੇ ਇੰਨਾ ਜ਼ਿਆਦਾ ਇਤਰਾਜ਼ ਕੀਤਾ ਕਿ ਉਹਨਾਂ ਨੇ ਸਾਡੇ ਨਾਲ ਲੈਣ ਦੇਣ ਵੀ, ਬਹੁਤ ਸਾਰੇ ਮਾਮਲਿਆਂ 'ਚ ਕਾਰੋਬਾਰ ਵੀ ਬੰਦ ਕਰਤਾ। ਜਿਹੜਾ ਆਪਣਾ ਉਹਨਾਂ ਦਾ ਹਾਈ ਕਮਿਸ਼ਨ ਦਿੱਲੀ ਹਾਈ ਕਮਿਸ਼ਨਰ ਬੈਠਾ ਸੀ ਪਾਕਿਸਤਾਨ ਦਾ, ਉਹਨੂੰ ਆਖਿਆ ਵਾਪਸ ਆ ਜਾ। ਸਾਡਾ ਉੱਥੇ ਹਾਈ ਕਮਿਸ਼ਨਰ ਅਜੇ ਵਸਾਰੀਆ ਹੁੰਦਾ ਸੀ, ਉਹਨੂੰ ਕਿਹਾ ਤੁਹਾਡਾ ਕੌਂਸੂਲੇਟ ਚੱਲਦਾ ਰਹੇਗਾ ਪਰ ਤੂੰ ਆਪਣਾ ਸਮਾਨ ਚੁੱਕ ਕੇ ਵਾਪਸ ਚਲਾ ਜਾ, ਅਸੀਂ ਸਬੰਧ ਘਟਾਉਣੇ ਆ। ਉਹ ਵੀ ਚਲਾ ਗਿਆ। ਉਦੋਂ ਬਾਅਦ ਫਿਰ ਗੱਲ ਹੋਈ ਸੀ ਕਿ ਸਿੰਧੂ ਕਮਿਸ਼ਨ ਦੀ ਮੀਟਿੰਗ ਦਾ ਕੀ ਕਰਨਾ, ਤੇ ਉਹ ਮੀਟਿੰਗ ਫਿਰ ਹੋ ਨਹੀਂ ਸੀ ਸਕੀ। ਪਿਛਲੇ ਸਾਲ ਹੋਣੀ ਸੀ ਪਰ ਉਦੋਂ ਕਰੋਨਾ ਵਾਇਰਸ ਦਾ ਕਰਕੇ ਦੋਵਾਂ ਦੇਸ਼ਾਂ ਨੇ ਆਪਸੀ ਸਹਿਮਤੀ ਨਾਲ ਆਖਿਆ ਕਿ ਨਹੀਂ ਕਰਦੇ। ਪਾਕਿਸਤਾਨ ਨੇ ਕਿਹਾ ਸੀ ਜੀ ਕਿ ਨਾ ਅਸੀਂ ਤੁਹਾਡੇ ਜਾਣੇ ਨਾ ਤੁਸੀਂ ਸਾਡੇ ਆਓ, ਆਪਾਂ ਵਾਹਗਾ ਬਾਰਡਰ ਦੇ ਉੱਤੇ ਸਾਂਝੇ ਥਾਂ ਮੀਟਿੰਗ ਕਰ ਲਈਏ। ਪਰ ਭਾਰਤ ਨੇ ਆਖਿਆ ਸੀ ਇਹ ਪੋਸੀਬਲ ਨਹੀਂ, ਇਹੋ ਜਿਹੇ ਹਾਲਾਤ 'ਚ ਮੀਟਿੰਗ ਨਹੀਂ ਹੋ ਸਕਦੀ। ਫਿਰ ਨਹੀਂ ਸੀ ਹੋਈ। ਹੁਣ ਉਹ ਮੀਟਿੰਗ ਹੁੰਦੀ ਪਈ ਆ 2 ਸਾਲਾਂ ਦੇ ਗੈਪ ਤੋਂ ਬਾਅਦ। ਇਸ ਵਾਰੀ ਸਾਡੇ ਦਿੱਲੀ 'ਚ ਹੋ ਰਹੀ ਹੈ ਜੀ। ਉਹਨਾਂ ਦੀ ਟੀਮ ਵੀ ਆਈ ਆ, ਸਾਡੀ ਵੀ। ਇਹ ਕੱਲ੍ਹ ਦੀ ਗੱਲਬਾਤ ਚੱਲਦੀ ਪਈ ਹੈ। ਸਮਝਿਆ ਜਾਂਦਾ ਸੀ ਕਿ ਭਾਰਤ ਸਰਕਾਰ ਕੁਝ ਨਵੇਂ ਹਾਈਡਰੋ ਪਾਵਰ ਪ੍ਰੋਜੈਕਟ ਬਣਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ। ਉਹਨਾਂ ਤੇ ਪਾਕਿਸਤਾਨ ਇਤਰਾਜ਼ ਕਰਦਾ ਤੇ ਉੱਥੋਂ ਤੱਕ ਗੱਲ ਸੀਮਤ ਹੋਵੇਗੀ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਉਹ ਵੀ ਕੁਝ ਕਰਨ ਲੱਗੇ ਆ ਜਿਹਦੇ ਉੱਤੇ ਭਾਰਤ ਨੂੰ ਇਤਰਾਜ਼ ਆ ਤੇ ਭਾਰਤ ਵਾਲੇ ਵੀ ਉਹਦੀ ਗੱਲ ਕਰਨਗੇ। ਪਰ ਪਾਕਿਸਤਾਨ ਵਾਲਿਆਂ ਦੀ ਇੱਕ ਥਾਂ ਤੇ ਸੂਈ ਅਟਕੀ ਆ, ਉਹ ਜੰਮੂ ਕਸ਼ਮੀਰ ਦਾ ਮਸਲਾ। ਉਹਨਾਂ ਨੇ ਕੱਲ੍ਹ ਆਉਂਦਿਆਂ ਸਾਰੀ ਬਾਕੀ ਗੱਲਾਂ ਦੇ ਨਾਲ ਨਾਲ ਫਿਰ ਉਹ ਮੁੱਦਾ ਚੁੱਕ ਲਿਆ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਤੁਸੀਂ ਧਾਰਾ 370 ਤੋੜ ਦਿੱਤੀ, ਉਹਦੀ ਗੱਲ ਕਰੀਏ। ਜਿਹਦਾ ਪਾਣੀਆਂ ਨਾਲ ਕੋਈ ਸੰਬੰਧ ਨਹੀਂ, ਉਸ ਧਾਰਾ ਦਾ ਮੁੱਦਾ ਹੁਣ ਚੁੱਕ ਕੇ ਤੇ ਇਸ ਪਾਸੇ ਨੂੰ ਫਿਰ ਉਹਨਾਂ ਦਾ ਗੱਲ ਕਰਨਾ ਚੰਗਾ ਨਹੀਂ। ਪਰ ਚੰਗੀ ਗੱਲ ਇਹ ਹੋਈ ਆ ਕਿ ਪਿਛਲੀਆਂ ਦਿਨਾਂ ਦੇ ਵਿੱਚ ਪਹਿਲਾਂ ਫਰਵਰੀ 'ਚ ਭਾਰਤ ਦੇ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਨੇ ਫੋਨ ਤੇ ਗੱਲ ਕੀਤੀ ਤੇ ਫਿਰ ਦੋਵਾਂ ਦੀ ਵਰਚੁਅਲ ਮੀਟਿੰਗ ਜਿਹੜੀ ਸੀ ਵੀਡੀਓ ਕਾਨਫਰੰਸਿੰਗ ਰਾਹੀਂ ਉਹ 'ਤੇ ਸਹਿਮਤੀ ਹੋ ਗਈ ਕਿ 2003 ਦੀ ਗੋਲੀਬੰਦੀ ਜਿਹੜੀ ਆ ਉਹਦੇ ਉੱਤੇ ਅਮਲ ਦੋਵੇਂ ਤਰ੍ਹਾਂ ਕਰਨ। ਉਸ ਸਹਿਮਤੀ ਦੇ ਆਧਾਰ ਤੇ ਅਗਲੀ ਗੱਲ ਚੰਗੀ ਇਹ ਹੋਈ ਕਿ UAE ਤੇ ਸਾਊਦੀ ਅਰਬ ਨੇ ਦਖਲ ਦਿੱਤਾ। ਦੋਵਾਂ ਦੇ ਵਿਚਾਲੇ ਅਮਨ ਦੀ ਗੱਲਬਾਤ ਚੱਲਦੀ ਪਈ ਹੈ ਤੇ ਉਸ ਅਮਨ ਦੀ ਗੱਲਬਾਤ ਦੇ ਸਿੱਟਾ ਇਹ ਨਿਕਲਿਆ ਕਿ ਹੁਣ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਵਾਟਰ ਕਮਿਸ਼ਨ ਦੀ ਮੀਟਿੰਗ ਚੱਲਦੀ ਹੈ ਤੇ ਉਸ ਮੀਟਿੰਗ ਦੇ ਵਿੱਚ ਵੀ ਦੋਵਾਂ ਧਿਰਾਂ ਨੂੰ ਇਹ ਆਸ ਹੈ ਕਿ ਕੁਝ ਨਾ ਕੁਝ ਮਸਲਾ ਹੱਲ ਹੋਵੇਗਾ, ਛੋਟੇ-ਮੋਟੇ ਮਤਭੇਦ ਦੂਰ ਕੀਤੇ ਜਾਣਗੇ। ਤੇ ਜੇ ਪਾਕਿਸਤਾਨ ਅਖੀਰਲੇ ਵਕਤ ਜਾ ਕੇ ਇਸੇ ਗੱਲ ਤੇ ਅੜ ਗਿਆ ਕਿ ਪਹਿਲਾਂ ਧਾਰਾ 370 ਤੇ ਜੰਮੂ ਕਸ਼ਮੀਰ ਦਾ ਦੱਸੋ, ਉਹਦੇ ਉੱਤੇ ਭਾਰਤ ਨੇ ਨਾ ਉਹਨਾਂ ਦੀ ਗੱਲ ਸੁਣਨੀ ਆ ਤੇ ਨਾ ਕੁਝ ਵਾਧਾ ਘਾਟਾ ਹੋਣਾ।
ਉੱਥੇ ਜਾ ਕੇ ਗੱਲ ਟੁੱਟ ਵੀ ਸਕਦੀ ਹੈ। ਵੈਸੇ ਮੈਨੂੰ ਆਸ ਹੈ ਕਿ ਕਿਉਂਕਿ ਬਾਹਰਲੇ ਦੋ ਦੇਸ਼ ਦੇ ਵਿੱਚ ਵਿਚੋਲਗੀ ਕਰਦੇ ਪਏ ਨੇ, ਰਾਹ ਕੋਈ ਨਾ ਕੋਈ ਨਿਕਲ ਆਵੇਗਾ। ਚਲੋ ਦੇਖਦੇ ਹਾਂ ਜੀ, ਰਾਹ ਕੋਈ ਨਾ ਕੋਈ ਨਿਕਲਦਾ ਜਾਂ ਫਿਰ ਗੱਲਬਾਤ ਇਸੇ ਤਰ੍ਹਾਂ ਹੀ ਚੱਲਦੀ ਹੈ। ਪਰ ਸਾਹਿਬ, ਕੇਂਦਰੀ ਮੰਤਰੀ ਆ ਸਦਾਨੰਦ ਗੌੜਾ, ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਖਾਤੇ ਵਿੱਚ ਖਾਦ ਵਾਲੀ ਸਬਸਿਡੀ ਸਿੱਧੀ ਜਿਹੜੀ ਜਾਵੇਗੀ, ਉਹਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਆਪਾਂ ਨਹੀਂ ਕੀਤਾ। ਇਹਨੂੰ ਲੈ ਕੇ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜੀ ਇਸ ਵੇਲੇ ਸਰਕਾਰ ਚੱਲਦੀ ਪਈ ਆ, ਇਹ ਸਰਕਾਰ ਵੀ ਤੇ ਇਹਨਾਂ ਤੋਂ ਪਹਿਲਾਂ ਜਦੋਂ ਇਸੇ ਪਾਰਟੀ ਦੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੁੰਦੀ ਸੀ, ਉਹਨਾਂ ਦੀ ਵੀ ਇੱਕ ਆਦਤ ਸੀ ਕਿ ਹਰ ਮਾਮਲੇ 'ਚ ਪਹਿਲਾਂ ਇਧਰੋਂ ਉਧਰੋਂ ਜਿਸ ਤਰ੍ਹਾਂ ਚਰਚਾ ਜੀ ਛੇੜੀ ਉਹ ਚਰਚਾ ਛੇੜ ਦਿਓ। ਜੇ ਤਾਂ ਲੋਕਾਂ ਨੇ ਗੱਲ ਚੁੱਕ ਲਈ ਤੇ ਆਖਾਂਗੇ ਕਿ ਸਾਡੀ ਰਾਏ ਸੀ, ਲੋਕਾਂ ਪ੍ਰਵਾਨ ਕਰ ਲਈ ਤੇ ਫਿਰ ਲਿਆ ਕੇ ਮਤਾ ਪੇਸ਼ ਕਰ ਦਿਆਂਗੇ। ਜੇ ਲੋਕਾਂ 'ਚ ਵਿਰੋਧ ਹੁੰਦਾ ਜਾਪੇ ਤੇ ਉਹਨੂੰ ਛੱਡ ਦਿਆਂਗੇ। ਹੁਣ ਗੱਲ ਤਾਂ ਆਖਿਰ ਕਿਸੇ ਨੇ ਕਿਸੇ ਪਾਸੋਂ ਚੱਲੀ ਆ ਸਬਸਿਡੀ ਦੀ, ਵੀ ਇਹ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਆਵੇਗੀ। ਸਰਕਾਰ ਕਦੇ ਕੁਝ ਕਰਦੀ ਕਦੇ ਕੁਝ ਕਰਦੀ ਹੈ, ਸਪਸ਼ਟ ਬਿਆਨ ਦਿੰਦੀ ਕੋਈ ਨਹੀਂ। ਸਰਕਾਰ ਦੇ ਇੰਨੇ ਮੂੰਹ ਨੇ ਤੇ ਹਰ ਮੂੰਹ ਵੱਖੋ ਵੱਖਰੀ ਬੋਲੀ ਬੋਲਦਾ ਕਿ ਕੁਝ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੀ ਕਰਨਾ ਚਾਹੁੰਦੇ ਆ। ਉੱਦਾਂ ਸਾਡਾ ਤਜਰਬਾ ਕੀ ਹੈ? ਪਹਿਲਾਂ ਸਾਡੇ ਇੱਥੇ ਜਿਹੜੀ ਘਰਾਂ ਵਿੱਚ ਗੈਸ ਅਸੀਂ ਵਰਤਦੇ ਰਸੋਈ 'ਚ LPG, ਉਹਦੇ ਵਾਸਤੇ ਸਬਸਿਡੀ ਮਿਲਦੀ ਹੁੰਦੀ ਸੀ। ਜੇ 800-900 ਰੁਪਏ ਦਾ ਸਿਲੰਡਰ ਸੀ ਤੇ ਸਾਨੂੰ 350-400 ਰੁਪਏ ਦਾ ਮਿਲ ਜਾਂਦਾ ਹੁੰਦਾ ਸੀ। ਬਾਅਦ ਵਿੱਚ ਇਹ ਫੈਸਲਾ ਹੋ ਗਿਆ ਕਿ ਇਦਾਂ, ਕਿਉਂਕਿ ਇੰਨੀ ਸਬਸਿਡੀ 400-500 ਰੁਪਏ ਤੱਕ ਦੀ ਮਹੀਨੇ ਦੀ ਮਿਲ ਰਹੀ ਹੈ ਹਰ ਕਿਸੇ ਨੂੰ ਇੱਕ ਸਿਲੰਡਰ ਦੀ, ਪਰ ਲੋਕਾਂ ਨੂੰ ਪਤਾ ਨਹੀਂ। ਇਸ ਕਰਕੇ ਤਰੀਕਾ ਇਹ ਵਰਤੋ ਕਿ ਜਦੋਂ ਸਿਲੰਡਰ ਭੇਜਣਾ ਉਦੋਂ ਪੈਸੇ ਪੂਰੇ ਲਓ ਤੇ ਸਬਸਿਡੀ ਦੇ ਪੈਸੇ 400 ਹੋਵੇ, 450 ਹੋਵੇ, 300 ਹੋਵੇ, ਉਹ ਉਹਨਾਂ ਦੇ ਬੈਂਕ ਖਾਤੇ 'ਚ ਕਰਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਰਕਾਰ ਇੰਨੀ ਸਬਸਿਡੀ ਦਿੰਦੀ ਹੈ। ਅਸੀਂ ਆਖਿਆ ਠੀਕ ਆ, ਪਰ ਉਹਦੇ ਤੋਂ ਬਾਅਦ ਹੋਇਆ ਕਿ ਪਹਿਲਾਂ ਉਹ ਸਬਸਿਡੀ ਸਾਨੂੰ 350 ਤੋਂ ਵੱਧ ਆਉਂਦੀ ਸੀ, ਫਿਰ 300 ਤੇ ਆ ਗਈ, ਮੁੜ ਕੇ 250 ਤੇ ਆ ਗਈ, ਫਿਰ 200 ਤੇ 150 ਤੇ ਕਰਦਿਆਂ ਆ ਪਿਛਲੇ ਮਹੀਨੇ ਮੈਨੂੰ 24 ਰੁਪਏ 41 ਪੈਸੇ ਸਬਸਿਡੀ ਸਿਲੰਡਰ ਦੇ ਵਿੱਚੋਂ ਮਿਲੀ ਆ। ਯਾਨੀ ਸਿਲੰਡਰ ਦੀ ਸਬਸਿਡੀ ਜਿਸ ਤਰ੍ਹਾਂ ਪਹਿਲਾਂ ਖਰੀਦਣ ਵੇਲੇ ਮਿਲ ਜਾਂਦੀ ਸੀ, ਬਾਅਦ ਵਿੱਚ ਇਹਨਾਂ ਆਖਿਆ ਬੈਂਕ ਖਾਤੇ ਜਾਣੀ ਆ ਤੇ ਬੈਂਕ ਖਾਤੇ 'ਚ ਹੌਲੀ 350 ਤੋਂ ਘਟਦੀ ਸਿਰਫ 24 ਰੁਪਏ ਤੇ ਆ ਗਈ ਆ। ਉਸੇ ਤਰ੍ਹਾਂ ਹੀ ਹੁਣ ਇਹ ਜੇ ਖਾਦ ਦੀ ਸਬਸਿਡੀ ਵੀ ਕਹਿਣ ਕਿ ਪਹਿਲਾਂ ਇਸ ਤਰ੍ਹਾਂ ਨਹੀਂ ਕਰਨਾ, ਪਹਿਲਾਂ ਤਾਂ ਤੁਸੀਂ ਖਾਦ ਦੇ ਪੂਰੇ ਪੈਸੇ ਦਿਓ ਤੇ ਬਾਅਦ ਵਿੱਚ ਲਿਆ ਕੇ ਤੇ ਤੁਹਾਡੇ ਬੈਂਕ ਖਾਤੇ 'ਚ ਪਾਵਾਂਗੇ, ਉਹਦੇ 'ਚੋਂ ਜੇ ਹੌਲੀ ਕੱਟ ਲਾਉਂਦੇ ਗਏ, ਘਟਾਉਂਦੇ ਗਏ ਤੇ ਕੋਈ ਪਤਾ ਨਹੀਂ ਨਾ ਕਿੱਥੇ ਜਾ ਕੇ ਘਟਾ ਦੇਣਾ। ਇਹਦੇ ਬਾਰੇ ਲੋਕਾਂ ਦੇ ਮਨ ਵਿੱਚ ਡਰ ਤਾਂ ਹੋ ਸਕਦਾ, ਖਾਸ ਤੌਰ ਤੇ ਜਦੋਂ ਦੀ ਕਿਸਾਨਾਂ ਦੀ ਐਜੀਟੇਸ਼ਨ ਚੱਲੀ ਆ ਭਾਰਤ ਸਰਕਾਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ। ਉਹਦੇ ਤੋਂ ਬਾਅਦ ਜਿਹੜੇ ਫੈਸਲੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਲਏ ਨੇ, FCI ਨੇ ਜਿੰਨੀਆਂ ਸ਼ਰਤਾਂ ਲਾ ਦਿੱਤੀਆਂ ਕਿਸਾਨਾਂ ਤੇ, ਉਹਨਾਂ ਸਾਰੀਆਂ ਨੂੰ ਜੇ ਅਸੀਂ ਵੇਖ ਕੇ ਗੱਲ ਕਰੀਏ ਤੇ ਹੁਣ ਨਵਾਂ ਆ ਜੇ ਖਾਦ ਵਾਲੀ ਸਬਸਿਡੀ ਵਾਲਾ ਕੰਮ ਇਹਨਾਂ ਨੇ ਕੀਤਾ, ਜਿਹਦਾ ਸ਼ੱਕ ਹੈ ਕਿ ਹੋ ਸਕਦਾ, ਤੇ ਇਹ ਵੀ ਪਤਾ ਨਹੀਂ ਕਿ ਫੋਕੀ ਅਫਵਾਹ ਕਿਸੇ ਨੇ ਉਡਾਈ ਹੋਵੇ। ਦੋਵੇਂ ਗੱਲਾਂ ਹੀ ਹੋ ਸਕਦੀਆਂ। ਜੇ ਉਹ ਹੋ ਗਿਆ ਤੇ ਕਿਸਾਨਾਂ ਵਾਸਤੇ ਇੱਕ ਮੁਸ਼ਕਲ ਹੋਰ ਆਵੇਗੀ। ਸਵਾਲ ਇਹ ਨਹੀਂ ਕਿ ਸਬਸਿਡੀ ਸਰਕਾਰ ਨੇ ਦੇਣੀ ਆ, ਪਹਿਲਾਂ ਦੇਵੇ ਜਾਂ ਬਾਅਦ ਵਿੱਚ ਦੇਵੇ। ਇੱਕ ਦੂਜਾ ਸਵਾਲ ਵੀ ਹੈ, ਕਈ ਲੋਕ ਇਹੋ ਜਿਹੇ ਆ ਜਿਹੜੇ ਇੰਨੇ ਕਰਜ਼ਾਈ ਆ ਕਿ ਪੱਲਿਓਂ ਪੈਸਾ ਖਰਚ ਕੇ ਜਾ ਕੇ ਖਾਦ ਮਹਿੰਗੀ ਖਰੀਦ ਕੇ ਲਿਆ ਸਕਣ ਜੋਗੇ ਹੈ ਨਹੀਂਗੇ। ਉਹਨਾਂ ਨੂੰ ਤਾਂ ਔਖੇ ਸੌਖੇ ਸਬਸਿਡੀ ਤੋਂ ਘੱਟ ਜਿਹੜਾ ਥੋੜੇ ਬਹੁਤ ਪੈਸੇ ਉਹ ਦੇ ਕੇ ਬੋਰੀ ਖਰੀਦਣੀ ਹੁੰਦੀ ਹੈ, ਤੇ ਜੇ ਉਹਨਾਂ ਨੂੰ ਆਖਿਆ ਬੋਰੀ ਦੇ ਪੂਰੇ ਪੈਸੇ ਪਹਿਲਾਂ ਦਿਓ ਤੇ ਸਬਸਿਡੀ ਬਾਅਦ ਤੇ ਦਿਆਂਗੇ, ਤੇ ਉਹ ਉਹਨਾਂ ਵਾਸਤੇ ਮੁਸ਼ਕਿਲ ਹੋਣੀ ਹੈ ਕਿ ਪਹਿਲਾਂ ਇੰਨੇ ਪੈਸਿਆਂ ਦਾ ਪ੍ਰਬੰਧ ਕਰਨ। ਇਸ ਕਰਕੇ ਭਾਰਤ ਸਰਕਾਰ ਇਹੋ ਜਿਹੀ ਸਕੀਮ ਲਿਆ ਰਹੀ ਕਿ ਨਹੀਂ ਲਿਆ ਰਹੀ, ਅਜੇ ਤੱਕ ਮੈਨੂੰ ਪੱਕਾ ਪਤਾ ਨਹੀਂ, ਯਕੀਨ ਨਹੀਂ ਪੂਰਾ। ਪਰ ਜੇ ਸੱਚੀ ਮੁੱਚੀ ਆ ਗਈ ਇਹ ਸਕੀਮ ਤੇ ਜਿਹੜਾ ਮਾਤੜ ਕਿਸਾਨ ਆ ਉਹਦੇ ਵਾਸਤੇ, ਉਹਦੇ ਪਰਿਵਾਰ ਵਾਸਤੇ ਇੱਕ ਨਵੀਂ ਮੁਸ਼ਕਲ ਹੋਵੇਗੀ। ਉਹ ਤਾਂ ਪਹਿਲਾਂ ਖੁਦਕੁਸ਼ੀਆਂ ਕਰਦੇ ਪਏ ਨੇ। ਇਹੋ ਜਿਹੇ ਹਾਲਾਤ ਵਿੱਚ ਕਿਸਾਨਾਂ ਦੇ ਉੱਤੇ ਕੋਈ ਨਵੀਂ ਇਹੋ ਜਿਹੀ ਛੱਟ ਨਹੀਂ ਪਾਉਣੀ ਚਾਹੀਦੀ। ਉਹ ਜਿਸ ਤਰ੍ਹਾਂ ਸਿਸਟਮ ਚੱਲਦਾ ਉਹ ਚੱਲਣ ਦੇਣਾ ਚਾਹੀਦਾ। ਪੰਨ ਸਾਹਿਬ, ਇੱਕ ਗੱਲ ਹੋਰ ਸਮਝਾਇਓ ਕਿ ਇੱਕ ਚਰਚਾ ਚੱਲਦੀ ਪਈ ਹੈ ਕਿਸੇ ਵੀ ਸੂਬੇ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤਾ ਜਾਵੇਗਾ, ਕੀ ਇਹ ਸਹੀ ਗੱਲ ਹੈ? ਇਸ ਕੇਂਦਰ ਸਰਕਾਰ ਦੀ ਮਰਜ਼ੀ ਤੇ ਹੁੰਦੀ ਆ। ਅੱਜ ਉਹ ਕਹਿਣ ਅਸੀਂ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੰਦੇ ਤੇ ਨਹੀਂ ਦੇਣਗੇ। ਜੇ ਉਹਨਾਂ ਨੇ ਕੱਲ ਨੂੰ ਫੈਸਲਾ ਕਰ ਲਿਆ ਦਰਜੇ ਦੇਣੇ ਆ ਤੇ ਸਰਕਾਰ ਨਹੀਂ ਦੇਣੇ ਆ, ਰਾਤੋਂ ਰਾਤ ਪਾਲਿਸੀ ਚੇਂਜ ਵੀ ਹੋ ਸਕਦੀ, ਬਦਲ ਵੀ ਸਕਦੀ ਹੈ। ਬੜੀ ਵਾਰੀ ਇਹੋ ਜਿਹੀਆਂ ਪਾਲਿਸੀਆਂ ਬਦਲੀਆਂ ਨੇ। ਜੰਮੂ ਕਸ਼ਮੀਰ ਨੂੰ ਧਾਰਾ 370 ਦਾ ਹੁਣ ਤੱਕ ਰੌਲਾ ਪੈਂਦਾ ਰਿਹਾ, ਧਾਰਾ 370 ਤੋੜ ਦਿੱਤੀ, ਉਸ ਤੋਂ ਬਾਅਦ ਵੀ ਰੌਲਾ ਪੈਂਦਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ। ਪਰ ਕੀ ਇਹ ਵਿਸ਼ੇਸ਼ ਦਰਜਾ ਇਕੱਲੇ ਜੰਮੂ ਕਸ਼ਮੀਰ ਨੂੰ ਆ? ਇਹ ਤਾਂ ਰਾਜਸਥਾਨ ਦੇ ਕੋਲ ਵੀ ਹੈਗਾ ਕਿ ਉੱਥੇ ਜਾ ਕੇ ਬਾਹਰੋਂ ਫਟਾਫਟ ਕੋਈ ਜ਼ਮੀਨ ਨਹੀਂ ਖਰੀਦ ਸਕਦਾ। ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਅਸੀਂ ਪੰਜਾਬ ਵਾਲੇ ਜਾ ਕੇ ਫਟਾਫਟ ਜ਼ਮੀਨ ਨਹੀਂ ਖਰੀਦ ਸਕਦੇ। ਵਿਸ਼ੇਸ਼ ਦਰਜਾ ਤਾਂ ਉਹਦਾ ਵੀ ਹੈਗਾ। ਬਹੁਤ ਸਾਰੇ ਪਹਾੜੀ ਰਾਜਾਂ ਦਾ, ਜਿਹੜੇ ਸਾਡੇ ਉੱਤਰ ਪੂਰਬ ਦੇ ਰਾਜ ਨੇ, ਉਹਨਾਂ ਚੋਂ ਕਈਆਂ ਰਾਜਾਂ ਦੇ ਵਿੱਚ ਇਸ ਕਿਸਮ ਦੀਆਂ ਸ਼ਰਤਾਂ ਨੇ ਕਿ ਬਾਹਰ ਦਾ ਕੋਈ ਬੰਦਾ ਉੱਥੇ ਜਾ ਕੇ ਜ਼ਮੀਨ ਵਗੈਰਾ ਨਹੀਂ ਖਰੀਦ ਸਕਦਾ। ਉਹਨਾਂ ਦੇ ਕੋਲ ਵੀ ਵਿਸ਼ੇਸ਼ ਦਰਜੇ ਆ। ਹੁਣ ਇੱਥੇ ਢਿੱਕਾ ਕਿੱਥੇ ਜਾ ਕੇ ਪੈਂਦਾ? ਕੁਝ ਰਾਜ ਨੇ ਜਿਹੜੇ ਬਹੁਤ ਗਰੀਬ ਰਾਜ ਆ, ਉਹਨਾਂ ਵਾਸਤੇ ਇੱਕ ਲਫ਼ਜ਼ ਵਰਤਿਆ ਜਾਂਦਾ ਬਿਮਾਰੂ ਰਾਜ। ਮੈਨੂੰ ਨਹੀਂ ਪਤਾ ਉਹ ਬਿਮਾਰੂ ਨੇ
ਸਰਕਾਰ ਦੀਆਂ ਨੀਤੀਆਂ ਦਾ ਕਰਕੇ ਪਛੜੇ ਹੋਏ ਨੇ। ਖਾਸ ਤੌਰ ਤੇ ਬਿਹਾਰ ਹੈ, ਲਾਲੂ ਪ੍ਰਸਾਦ ਦੇ ਵੇਲੇ ਕਹਿੰਦੇ ਸੀ ਉਹ ਕਰਪਸ਼ਨ ਬੜੀ ਕਰਦਾ, ਪਰ ਹੁਣ ਨਤੀਜ ਦੇ ਬਾਰੇ ਤੇ ਕੋਈ ਕਰਪਸ਼ਨ ਦੀ ਗੱਲ ਹੋਵੇ ਵੀ ਤੇ ਲੋਕੀ ਢੱਕ ਲੈਂਦੇ ਆ। ਇਹਦੇ ਬਾਵਜੂਦ ਬਿਹਾਰ ਅਜੇ ਤੱਕ ਪਛੜਿਆ ਹੋਇਆ, ਔਰ ਇੰਨਾ ਪਛੜਿਆ ਕਿ ਉਹ ਆਪਣੇ ਪੈਰਾਂ ਸਿਰ ਖੜਾ ਹੋਣ ਜੋਗਾ ਨਹੀਂ। ਇੱਕ ਮੌਕਾ ਸੀ ਜਦੋਂ ਉਹਨੇ ਦਿੱਲੀ ਵਿੱਚ ਆ ਕੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਬਹੁਤ ਵੱਡਾ ਉੱਥੇ ਪ੍ਰੋਗਰਾਮ ਕੀਤਾ ਕਿ ਮੈਨੂੰ ਤੇ ਬਿਹਾਰ ਦੇ ਵਿੱਚ ਵਿਸ਼ੇਸ਼ ਦਰਜਾ ਚਾਹੀਦਾ, ਉਹ ਨਾ ਮਿਲਿਆ। ਬਾਅਦ ਵਿੱਚ ਨਰਿੰਦਰ ਮੋਦੀ ਨਾਲ ਉਹਨੇ ਆਡਾ ਲਾ ਲਿਆ, ਲਾਲੂ ਪ੍ਰਸਾਦ ਨਾਲ ਰਲ ਕੇ ਚੋਣ ਲੜੀ, ਜਿੱਤ ਕੇ ਫਿਰ ਮੁੱਖ ਮੰਤਰੀ ਬਣ ਗਿਆ। ਫਿਰ ਉਹਨੇ ਦਿੱਲੀ 'ਚ ਆ ਕੇ ਪ੍ਰੋਗਰਾਮ ਇੱਕ ਕੀਤਾ, ਆਖਿਆ ਮੈਨੂੰ ਵਿਸ਼ੇਸ਼ ਦਰਜਾ ਚਾਹੀਦਾ। ਜਦੋਂ ਲਾਲੂ ਪ੍ਰਸਾਦ ਨੂੰ ਤੇ ਕਾਂਗਰਸ ਨੂੰ ਛੱਡ ਕੇ ਨਤੀਸ਼ ਕੁਮਾਰ ਨੇ ਇੱਕ ਵਾਰੀ ਫਿਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਸੀ, ਉਹ ਸਮਝੌਤਾ ਕਰਨ ਲੱਗਿਆ ਨਤੀਸ਼ ਕੁਮਾਰ ਨੇ ਕਿਹਾ ਸੀ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਜੋ ਮਰਜ਼ੀ ਹਾਲਾਤ ਹੋਣ, ਹੋਰ ਕਿਸੇ ਨੂੰ ਮਿਲੇ ਨਾ ਮਿਲੇ, ਬਿਹਾਰ ਵਾਸਤੇ ਅਸੀਂ ਜਿਹੜਾ ਵਿਸ਼ੇਸ਼ ਦਰਜਾ ਉਹ ਜ਼ਰੂਰ ਦੇਵਾਂਗੇ। ਹੁਣ ਜੇ ਵਿਸ਼ੇਸ਼ ਦਰਜੇ ਦੀ ਗੱਲ ਹੋਈ ਸੀ ਤੇ ਫਿਰ ਉਹ ਹੁਣ ਤੱਕ ਮਿਲਿਆ ਕਿਉਂ ਨਹੀਂ? ਉਦੋਂ ਬਾਅਦ ਫਿਰ ਪਾਰਲੀਮੈਂਟ ਦੀਆਂ ਚੋਣਾਂ ਵੀ ਹੋ ਗਈਆਂ 2019 ਦੀਆਂ, ਉਦੋਂ ਬਾਅਦ ਹੁਣੇ 2020 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋ ਗਈਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਦਰਜਾ ਦਿੱਤਾ ਕਿਉਂ ਨਾ? 2014 ਦੀਆਂ ਪਾਰਲੀਮੈਂਟ ਚੋਣਾਂ ਜਦੋਂ ਹੋਈਆਂ, ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਨਾਲ ਹੀ ਹੋ ਗਈਆਂ ਸਨ, ਤੇ ਉਦੋਂ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਇਹ ਅਜੇ ਉਦੋਂ ਪ੍ਰਧਾਨ ਮੰਤਰੀ ਨਹੀਂ ਸੀ ਬਣਿਆ, ਉਦੋਂ ਹੀ ਸਮਝੌਤਾ ਕਰ ਲਿਆ ਸੀ ਕਿ ਤੁਹਾਡੇ ਨਾਲ ਰਲ ਕੇ ਅਸੀਂ ਚੋਣ ਲੜਾਂਗੇ, ਪਰ ਸਾਡੀ ਸ਼ਰਤ ਇਹ ਹੈ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇ ਦਿਓ, ਕਿਉਂਕਿ ਤੇਲੰਗਾਨਾ ਵੱਖਰਾ ਜਾਣ ਦੇ ਨਾਲ ਸਾਡਾ ਨੁਕਸਾਨ ਬਹੁਤ ਹੋ ਗਿਆ, ਸਾਨੂੰ ਆਪਣੀ ਰਾਜਧਾਨੀ ਵੀ ਨਵੀਂ ਬਣਾਉਣੀ ਪੈਣੀ ਆ। ਇਹਨਾਂ ਨੇ ਆਖਿਆ ਸੀ ਦੇ ਦਿਆਂਗੇ। 4 ਸਾਲ ਤੱਕ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਚ ਤੇਲਗੂ ਦੇਸ਼ਮ ਦੇ ਮੰਤਰੀ ਰਹੇ ਤੇ ਤੇਲਗੂ ਦੇਸ਼ਮ ਦੀ ਆਂਧਰਾ ਪ੍ਰਦੇਸ਼ ਸਰਕਾਰ 'ਚ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਦੇ ਮੰਤਰੀ ਰਹੇ। ਜਦੋਂ 4 ਸਾਲ ਹੋਏ ਤੇ ਉਹਨੇ ਫਿਰ ਚੰਦਰ ਬਾਬੂ ਨਾਇਡੂ ਨੇ ਆਖਿਆ ਕਿ ਮੇਰੇ ਮੰਤਰੀ ਭਲਕੇ ਅਸਤੀਫੇ ਦੇ ਕੇ ਵਾਪਸ ਆ ਜਾਓ, ਤੇ ਇਹਨਾਂ ਨੂੰ ਕਹਿਤਾ ਤੁਹਾਡੇ ਵਾਲਿਆਂ ਨੂੰ ਅਸੀਂ ਕੱਢ ਦੇਣ ਲੱਗੇ ਆ ਕਿਉਂਕਿ ਸਾਨੂੰ ਤੁਸੀਂ ਵਿਸ਼ੇਸ਼ ਦਰਜਾ ਨਹੀਂ ਦਿੱਤਾ। ਨਰਿੰਦਰ ਮੋਦੀ ਨੇ ਵਿਸ਼ੇਸ਼ ਦਰਜਾ ਉਦੋਂ ਵੀ ਨਹੀਂ ਦਿੱਤਾ, ਹੁਣ ਇਹ ਕਹਿੰਦੇ ਅਸੀਂ ਵਿਸ਼ੇਸ਼ ਦਰਜਾ ਕਿਸੇ ਨੂੰ ਨਹੀਂ ਦੇਣਾ, ਨਾ ਦੇਣ, ਪਰ ਉਹਦੇ ਲਾਰੇ ਵੀ ਪਹਿਲਾਂ ਕਿਉਂ ਲਾਉਂਦੇ ਨੇ? ਅੱਡ-ਅੱਡ ਰਾਜਾਂ ਨੂੰ ਪਹਿਲਾਂ ਲਾਰੇ ਲਾ ਦਿੱਤੇ ਜਾਣ, ਇਹ ਆਖਿਆ ਜਾਵੇ ਫਲਾਣੇ ਰਾਜ ਨੂੰ ਵਿਸ਼ੇਸ਼ ਦਰਜਾ ਦੇਵਾਂਗੇ, ਜਦੋਂ ਇਹ ਇੱਕ ਨੂੰ ਦੇਣਗੇ ਤੇ ਦੂਸਰੇ ਰਾਜ ਕੀ ਕਰਨਗੇ? ਸਾਡੇ ਪੰਜਾਬੀ ਦਾ ਇੱਕ ਮੁਹਾਵਰਾ, ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। ਜੇ ਇੱਕ ਜਣੇ ਨੂੰ ਪਾਣੀ ਪਿਉਣ ਲੱਗੋ ਤੇ ਹਰ ਕੋਈ ਕਹਿੰਦਾ ਇੱਕ ਗਲਾਸ ਮੈਨੂੰ ਵੀ ਦੇ ਦੀ, ਇੱਕ ਕੋਲਾ ਮੈਨੂੰ ਵੀ ਦੇ ਦੀ। ਇਹਨਾਂ ਨੇ ਜਦੋਂ ਬਿਹਾਰ ਨੂੰ ਜਾਂ ਕਿਸੇ ਇੱਕ ਵੀ ਹੋਰ ਰਾਜ ਨੂੰ ਇਹੋ ਜਿਹਾ ਵਿਸ਼ੇਸ਼ ਦਰਜਾ ਦਿੱਤਾ, ਆਂਧਰਾ ਪ੍ਰਦੇਸ਼ ਨੂੰ ਦਿੱਤਾ ਜਾਂ ਕਿਸੇ ਹੋਰ ਨੂੰ ਦਿੱਤਾ, ਉਸੇ ਵੇਲੇ ਮੰਗ ਉੱਠ ਪੈਣੀ ਆ ਕਿ ਫਲਾਨਾ ਰਾਜ ਵੀ ਮੰਗਦਾ, ਫਲਾਨਾ ਵੀ ਮੰਗਦਾ, ਫਲਾਨਾ ਵੀ ਮੰਗਦਾ, ਇਹ ਕਿੰਨਿਆਂ ਨੂੰ ਵਿਸ਼ੇਸ਼ ਦਰਜੇ ਦੇਣਗੇ? ਇਹਦਾ ਕਰਕੇ ਇਸ ਵਾਰੀ ਇਹਨਾਂ ਨੇ ਕਹਿਤਾ ਵਿਸ਼ੇਸ਼ ਦਰਜਾ ਨਹੀਂ ਦੇਣਾ, ਪਰ ਕਿਹਾ ਹੀ ਹੈ ਨਾ, ਇਹਦੇ ਉੱਤੇ ਕੋਈ ਪੱਕੀ ਮੋਹਰ ਨਹੀਂ ਲੱਗੀ। ਪਾਰਲੀਮੈਂਟ ਦੇ ਵਿੱਚ ਮੈਜੋਰਟੀ ਇਹਨਾਂ ਦੇ ਕੋਲ ਆ, ਜੇ ਇਰਾਦਾ ਬਣ ਜਾਵੇ ਤੇ ਭਲਕੇ ਇੱਕਦਮ ਮਤਾ ਪਾਸ ਕਰਕੇ ਕਿਸੇ ਖਾਸ ਰਾਜ ਨੂੰ ਖਾਸ ਕਿਸਮ ਦਾ ਦਰਜਾ, ਵਿਸ਼ੇਸ਼ ਦਰਜਾ ਦੇ ਵੀ ਸਕਦੇ ਆ। ਕਿਸੇ ਨੇ ਹੱਥ ਨਹੀਂ ਫੜੇ ਤੇ ਅੱਗੋਂ ਵੀ ਕਿਸੇ ਨੇ ਹੱਥ ਨਹੀਂ ਫੜਨੇ, ਇਹ ਸਰਕਾਰ ਦੀ ਮਰਜ਼ੀ ਤੇ ਹੁੰਦਾ, ਖਾਸ ਤੌਰ ਤੇ ਉਦੋਂ ਜਦੋਂ ਸਰਕਾਰ ਦੇ ਕੋਲ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀ ਮੈਜੋਰਟੀ ਹੋਵੇ ਤੇ ਉਹਦੇ ਕੋਲ ਪੂਰੀ ਤਾਕਤ ਹੋਵੇ, ਉਹ ਕੁਝ ਵੀ ਕਰ ਸਕਦੀ ਹੈ। ਹੁਣ ਸਾਹਿਬ ਬਿਹਾਰ ਦੀ ਗੱਲ ਚੱਲਦੀ ਪਈ ਹੈ, ਬਿਹਾਰ ਦੀ ਗੱਲ ਅੱਗੇ ਵੀ ਆਪਾਂ ਤੋਰ ਲੈਂਦੇ ਹਾਂ। ਵਿਧਾਨ ਸਭਾ ਦੇ ਵਿੱਚ ਵੱਖਰੇ ਰੰਗ ਤਮਾਸ਼ਾ ਦੇਖਣ ਨੂੰ ਮਿਲਿਆ। ਪਤਾ ਇਹ ਵੀ ਲੱਗਾ ਕਿ ਕਈ ਵਿਧਾਇਕਾਂ ਨੂੰ ਜ਼ਬਰਦਸਤੀ ਬਾਹਰ ਲਿਜਾਇਆ ਗਿਆ ਲੱਤਾਂ ਬਾਹਾਂ ਤੋਂ ਫੜ ਕੇ। ਹੁਣ ਕੁਝ FIR ਵੀ ਦਰਜ ਕੀਤੀਆਂ ਗਈਆਂ। ਇਹ ਕੀ ਹੰਗਾਮੇ ਦਾ ਕਾਰਨ ਕੀ ਰਿਹਾ? ਇਹ ਭਾਰਤ ਦਾ ਲੋਕਤੰਤਰ ਜਿਹੜਾ ਇਹ ਬਹੁਤ ਨਾਟਕੀ ਜਿਹੇ ਮੋੜ ਉੱਤੇ ਆ ਪਹੁੰਚਿਆ, ਜਿੱਥੇ ਹਰ ਕੋਈ ਡਰਾਮੇਬਾਜ਼ੀ ਕਰਕੇ ਖਬਰਾਂ ਚਾਉਣਾ ਚਾਹੁੰਦਾ। ਕਈਆਂ ਥਾਵਾਂ ਤੇ ਸਰਕਾਰਾਂ ਦੀ ਨੀਤ ਮਾੜੀ ਹੈ, ਕਈਆਂ ਥਾਵਾਂ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਗੱਲ ਵਧਾਉਂਦੀਆਂ ਨੇ। ਪਰ ਇਹਦਾ ਸਭ ਤੋਂ ਪਹਿਲਾ ਪ੍ਰਗਟਾਵਾ ਉਦੋਂ ਹੋਇਆ ਸੀ ਜਦੋਂ ਤਾਮਿਲਨਾਡੂ ਦੇ ਵਿੱਚ MG ਰਾਮਾਚੰਦਰਨ ਮਰ ਗਿਆ। ਉਹਦੇ ਘਰ ਵਾਲੇ ਜਾਨਕੀ ਰਾਮਾਚੰਦਰਨ ਨੇ ਜੈਲਲਤਾ ਨੂੰ ਲੱਤ ਮਾਰ ਕੇ ਉੱਥੋਂ ਘਰੋਂ ਕੱਢਤਾ ਸੀਗਾ, ਲਾਗੇ ਬੈਠੀ ਨੂੰ, ਇਹਨੂੰ ਵੜ ਨਹੀਂ ਸੀ ਦਿੱਤਾ। ਤੇ ਭਾਰਤੀ ਜਨਤਾ ਪਾਰਟੀ ਨੇ ਜਾਨਕੀ ਰਾਮਾਚੰਦਰਨ ਦੀ ਪਾਰਟੀ ਨਾਲ ਰਲ ਕੇ ਸਮਝੌਤਾ ਕਰਕੇ ਚੋਣ ਲੜੀ। ਨਾ ਭਾਜਪਾ ਦੇ ਪੱਲੇ ਪਿਆ, ਨਾ ਉਹਦੇ ਪੱਲੇ ਕੁਝ ਪਿਆ। ਜੈਲਲਤਾ ਵੱਖਰੀ ਹੋ ਗਈ ਤੇ ਬਹੁਤ ਸਾਰੀਆਂ ਸੀਟਾਂ ਲੈ ਗਈ ਤੇ ਉੱਥੇ ਆਪੋਜੀਸ਼ਨ ਲੀਡਰ ਬਣ ਗਈ। ਸਰਕਾਰ ਕਰਨਾ ਨਹੀਂ ਦਿੰਦੀ ਸੀ। ਇਹਨੇ ਫਿਰ ਉੱਭਰਨ ਵਾਸਤੇ ਉੱਥੇ ਵਿਧਾਨ ਸਭਾ 'ਚ ਜਾ ਕੇ ਇਸ ਤਰ੍ਹਾਂ ਦਾ ਧਮਚੜ ਪਾਇਆ ਕਿ ਅੱਗੋਂ DMK ਵਾਲੇ ਵੀ ਪੈ ਗਏ, ਗੱਲ ਹੱਥੋਂ ਪਾਈ ਤੱਕ ਹੋ ਗਈ। ਇਹਦੀ ਸਾੜੀ ਦਾ ਇੱਕ ਪਾਸੇ ਤੋਂ ਇੱਕ ਪੱਲਾ ਜਿਹੜਾ ਸੀ ਉਹ ਥੋੜਾ ਜਿਹਾ ਫਟ ਗਿਆ ਤੇ ਉਹਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਸੀ ਵਿਧਾਨ ਸਭਾ ਦੇ ਅੰਦਰ ਮੇਰੀ ਇੱਜ਼ਤ ਲੁੱਟਣ ਦਾ ਯਤਨ ਕੀਤਾ ਗਿਆ। ਇਹਦੇ ਤੋਂ ਬਾਅਦ ਇੱਕ ਮੌਕਾ ਇਹੋ ਜਿਹਾ ਆਇਆ ਜਦੋਂ ਮੱਧ ਪ੍ਰਦੇਸ਼ ਦੀ ਅਸੈਂਬਲੀ 'ਚ ਇੱਕ ਮੈਂਬਰ ਨੇ ਉੱਠ ਕੇ ਆਪਣੀ ਧੋਤੀ ਖੋਲਣੀ ਸ਼ੁਰੂ ਕਰ ਦਿੱਤੀ ਸੀ ਤੇ ਦੂਸਰਿਆਂ ਨੇ ਜਾ ਕੇ ਘੇਰਾ ਪਾ ਕੇ ਉਹਨੂੰ ਰੋਕਿਆ ਸੀ ਕਿ ਔਰਤ ਵਿਧਾਇਕ ਵੀ ਬੈਠੀਆਂ ਨੇ, ਮੈਂਬਰ ਬੈਠੀਆਂ ਨੇ, ਕੁਝ ਸ਼ਰਮ ਕਰੋ। ਸਭ ਤੋਂ ਭੈੜੀ ਮਿਸਾਲ ਉਦੋਂ ਸੀ ਜਦੋਂ ਉੱਤਰ ਪ੍ਰਦੇਸ਼ ਦੀ ਅਸੈਂਬਲੀ ਦੇ ਵਿੱਚ ਭਾਜਪਾ ਵਾਲੇ ਤੇ ਇਹ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਲੜੇ। ਭਾਜਪਾ ਵਾਲੇ ਜ਼ਿਆਦਾ ਸੀ, ਬਹੁਜਨ ਸਮਾਜ ਪਾਰਟੀ ਵਾਲੇ ਘੱਟ ਸੀ। ਇਹਨਾਂ ਨੇ ਫਿਰ ਮੇਜ਼ਾਂ ਦੇ ਥੱਲੇੋਂ ਬਾਹਰ ਕੱਢ ਕੇ ਧੂ ਕੇ ਕੁੱਟੇ, ਕੁਰਸੀਆਂ ਚੁੱਕ ਕੇ ਉਹਨਾਂ ਦੇ ਸਿਰਾਂ 'ਚ ਮਾਰੀਆਂ, ਮਾਈਕ੍ਰੋਫੋਨ ਮਾਰੇ। ਕਿਹੜੀ ਗੱਲ ਸੀ ਜਿਹੜੀ ਨਹੀਂ ਕੀਤੀ ਗਈ?
ਉਹ ਬਹੁਤ ਵੱਡਾ ਧਮਾਚੜ ਸੀ। ਉਦੋਂ ਬਾਅਦ ਫਿਰ ਕਦੇ ਕਿਤੇ ਇਹੋ ਜਿਹੇ ਝਲਕਾਰੇ ਮਿਲਦੇ ਰਹੇ ਨੇ। ਪਰ ਆ ਜੋ ਕੁਝ ਕੱਲ ਬਿਹਾਰ ਵਿੱਚ ਹੋਇਆ, ਇੱਥੇ ਬਿਹਾਰ ਵਿੱਚ ਅਜੇ ਤੱਕ ਕਦੇ ਨਹੀਂ ਸੀ ਹੋਇਆ। ਬਿਹਾਰ ਦੇ ਵਿੱਚ ਪੁਲਿਸ ਐਕਟ ਦੇ ਉੱਤੇ ਬਹਿਸ ਹੋਣੀ ਸੀ। ਜਿਹੜਾ ਕੰਮ ਚਲਾ ਰਿਹਾ ਸਪੀਕਰ ਸੀ ਉੱਥੇ, ਉਹਨੇ ਆਖਿਆ ਚਲੋ ਜੀ ਆਪਾਂ ਕਾਰਵਾਈ ਸ਼ੁਰੂ ਕਰੀਏ। ਵਿਰੋਧੀ ਧਿਰ ਨੇ ਆਖਿਆ ਜੀ ਫਲਾਣੀ ਗੱਲ ਅਜੇ ਨਹੀਂ ਕਰਨ ਦੇਣੀ। ਜਦੋਂ ਉਹ ਕਾਰਵਾਈ ਅਜੇ ਚੱਲਣੀ ਸ਼ੁਰੂ ਹੋਈ, ਉਦੋਂ ਹੀ ਵਿਰੋਧੀ ਧਿਰ ਉੱਠ ਕੇ ਖਲੋ ਗਈ। ਇਹ ਵੈਲ ਵਿੱਚ ਆ ਗਏ। ਵੈਲ ਦੇ ਵਿੱਚ ਆ ਕੇ ਜਿਹੜੇ ਰਿਪੋਰਟਰਸ ਬੈਠੇ ਹੁੰਦੇ, ਜਿਹੜੇ ਵਿਧਾਨ ਸਭਾ ਦੀ ਕਾਰਵਾਈ ਨੋਟ ਕਰਦੇ ਆ, ਉਹਨਾਂ ਦੇ ਟੇਬਲ ਤੇ ਚੜ ਗਏ। ਟੇਬਲ ਤੇ ਚੜ ਕੇ ਵੀ ਗੱਲ ਨਹੀਂ ਰੁਕੀ, ਫਿਰ ਇਹਨਾਂ ਨੇ ਉਹ ਟੇਬਲ ਤੋੜ ਦਿੱਤਾ। ਇਹਦੇ ਨਾਲ ਗੱਲ ਬਹੁਤ ਵੱਧ ਗਈ। ਸਪੀਕਰ ਨੇ ਹਾਊਸ ਜਿਹੜਾ ਸੀ ਅਡਜੌਰਨ ਕੀਤਾ, ਯਾਨੀ ਮੁਲਤਵੀ ਕੀਤਾ, ਤੇ ਆਪਣੇ ਚੈਂਬਰ 'ਚ ਚਲਾ ਗਿਆ। ਜਿਹੜੀਆਂ ਇਹਨਾਂ ਦੀਆਂ ਔਰਤ ਮੈਂਬਰਾਂ ਸੀ, ਉਹਨਾਂ ਨੇ ਚੈਂਬਰ ਵਿੱਚ ਬੈਠੇ ਸਪੀਕਰ ਨੂੰ ਘੇਰ ਕੇ ਤੇ ਉਹਦਾ ਦਰਵਾਜ਼ਾ ਬੰਦ ਕਰਕੇ ਤੇ ਉੱਤੋਂ ਰੱਸੀਆਂ ਨਾਲ ਬੰਨ੍ਹਤਾ ਵੀ ਬਾਹਰ ਨਾ ਨਿਕਲੇ। ਫਿਰ ਉਹਨਾਂ ਨੇ ਮਾਰਸ਼ਲ ਸੱਦੇ। ਮਾਰਸ਼ਲ ਦੇ ਨਾਲ ਵੀ ਗੱਲ ਨਾ ਬਣੀ ਤੇ ਅਲਟੀਮੇਟਲੀ ਪੁਲਿਸ ਬਾਹਰੋਂ ਸੱਦੀ। ਜ਼ਿਲ੍ਹੇ ਦਾ ਮੈਜਿਸਟ੍ਰੇਟ, ਡਿਪਟੀ ਕਮਿਸ਼ਨਰ ਵੀ ਆਇਆ, ਐਸਐਸਪੀ ਵੀ ਆਇਆ। ਹੱਥੋਂ ਪਾਈ ਡੀਸੀ ਨਾਲ ਤੇ ਐਸਐਸਪੀ ਨਾਲ ਵੀ ਹੋਈ। ਇੱਕ ਮੰਤਰੀ ਨੇ ਇੱਕ ਵਿਰੋਧੀ ਧਿਰ ਦੇ ਮੈਂਬਰ ਨੂੰ ਧੱਕਾ ਮਾਰ ਦਿੱਤਾ ਤੇ ਅੱਗੋਂ ਉਹ ਵੀ ਉਹਦੇ ਗਲ ਪੈ ਗਏ। ਫਿਰ ਉੱਥੋਂ ਦੀ ਖਬਰ ਇਹ ਕਹਿੰਦੀ ਆ ਕਿ ਮਾਰਸ਼ਲਾਂ ਨੇ ਵਿਰੋਧੀ ਧਿਰ ਦੇ ਮੈਂਬਰ ਚੁੱਕ ਕੇ ਬਾਹਰ ਕੱਢੇ ਨਹੀਂ, ਚੁੱਕ ਕੇ ਬਾਹਰ ਲਿਆ ਕੇ ਸੁੱਟੇ। ਇਹ ਜਿਹੜੀ ਗੱਲ ਹੈ ਕਿ ਮੈਂਬਰਾਂ ਨੂੰ ਬਾਹਰ ਲਿਆ ਕੇ ਸੁੱਟਿਆ ਜਾਵੇ ਗਠੜੀਆਂ ਵਾਂਗੂ, ਇਹ ਆਪਣੇ ਆਪ 'ਚ ਬੜੀ ਹਾਸੋਹੀਣੀ ਲੱਗਦੀ ਹੈ ਕਿ ਵਿਧਾਨ ਸਭਾ ਦੇ ਵਿੱਚੋਂ ਚੁਣੇ ਹੋਏ ਮੈਂਬਰਾਂ ਨੂੰ ਗਠੜੀਆਂ ਵਾਂਗ ਚੁੱਕ ਕੇ ਲੱਤਾਂ ਬਾਹਾਂ ਤੋਂ ਧੂ ਕੇ ਖਿੱਚ ਕੇ ਲਿਆ ਕੇ ਤੇ ਬਾਹਰ ਸੜਕ ਤੇ ਸੁੱਟਿਆ ਜਾਵੇ। ਇਹ ਜਿੰਨਾ ਕੁਝ ਉੱਥੇ ਹੋ ਗਿਆ, ਮੇਰਾ ਖਿਆਲ ਜਿਹੜੇ ਦੇਸ਼ਾਂ ਤੋਂ ਡੈਮੋਕ੍ਰੇਸੀ ਸ਼ੁਰੂ ਹੋਈ ਹੈ, ਜਿੱਥੋਂ ਇਹ ਲੋਕਤੰਤਰ ਸ਼ੁਰੂ ਹੋਇਆ ਸੀ, ਉੱਥੋਂ ਵਾਲੇ ਲੋਕ ਵੇਖ ਕੇ ਹੱਸਦੇ ਹੋਣਗੇ ਕਿ ਲੋਕਤੰਤਰ ਤਾਂ ਸਾਡੇ ਕੋਲ ਸੀ, ਆ ਭਾਰਤ ਵਿੱਚ ਕਿਹੜਾ ਨਮੂਨਾ ਪੇਸ਼ ਹੁੰਦਾ ਪਿਆ। ਇਸ ਤਰ੍ਹਾਂ ਦਾ ਲੋਕਤੰਤਰ ਤਾਂ ਕਦੇ ਕਿਸੇ ਨੇ ਸੁਣਿਆ ਨਹੀਂ ਸੀ ਜਿਹੜਾ ਉੱਥੇ ਪੇਸ਼ ਹੁੰਦਾ ਪਿਆ। ਬਹੁਤ ਸ਼ਰਮਿੰਦਗੀ ਵਾਲੀ ਹਾਲਤ ਹੈ ਜਿਹੜੀ ਕਦੇ ਕਿਤੇ ਭਾਰਤ ਦੀਆਂ ਵਿਧਾਨ ਸਭਾਵਾਂ 'ਚ ਪੇਸ਼ ਹੁੰਦੀ ਰਹਿੰਦੀ ਹੈ। ਇਹਦੇ ਉੱਤੇ ਸਾਰੀਆਂ ਧਿਰਾਂ ਨੂੰ ਸੋਚਣਾ ਚਾਹੀਦਾ, ਖਾਸ ਤੌਰ ਤੇ ਜਿੱਥੇ ਰਾਜ ਕਰਨ ਵਾਲੀਆਂ ਪਾਰਟੀਆਂ ਮਜ਼ਬੂਤ ਨੇ। ਹਾਊਸ ਨੂੰ ਚਲਾਉਣਾ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਰਾਜ ਕਰਦੀ ਪਾਰਟੀ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਵਿਰੋਧੀ ਧਿਰ ਨੂੰ ਇਸ ਗੱਲ ਵਾਸਤੇ ਸਹਿਮਤ ਕਰੇ ਕਿ ਆਪਾਂ ਸਰਕਾਰ ਚੱਲਦੀ ਰੱਖੀਏ। ਜੇ ਰਾਜ ਕਰਦੀਆਂ ਪਾਰਟੀਆਂ ਧੱਕੇਸ਼ਾਹੀ ਤੇ ਆ ਜਾਣ ਤੇ ਫਿਰ ਵਿਰੋਧੀ ਧਿਰ ਵੀ ਮਰਦਾ ਕੀ ਨਹੀਂ ਕਰਦਾ, ਉਹ ਵੀ ਅੱਗੋਂ ਹੱਥੋਂ ਪਾਈ ਤੇ ਆ ਜਾਂਦੀ ਹੈ ਤੇ ਉਦੋਂ ਫਿਰ ਲੋਕਤੰਤਰ ਦਾ ਜਲੂਸ ਨਿਕਲਦਾ। ਵੈਸੇ ਪੰਨੂ ਸਾਹਿਬ ਇੱਕ ਗੱਲ ਹੋਰ ਹੈ ਨਾ, ਇਸ ਵਾਰ ਪਹਿਲੀ ਵਾਰ ਹੋਇਆ ਕਿ ਕਿਸੇ ਸਪੀਕਰ ਨੂੰ ਵੀ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਹੀਂ ਤੇ ਆਮ ਕੁਰਸੀਆਂ ਚੱਲਦੀਆਂ ਵੀ ਆਪਾਂ ਦੇਖੀਆਂ, ਬਿੱਲ ਪਾੜਦੇ ਵੀ ਦੇਖੇ ਆ, ਖਿਡੌਣਿਆਂ ਨਾਲ ਖੇਲਦੇ ਵੀ ਵਿਧਾਨ ਸਭਾ 'ਚ ਕਈ ਵਾਰ ਦੇਖਿਆ, ਬਾਹਰਲੇ ਪਾਸੇ ਵੀ ਪ੍ਰਦਰਸ਼ਨ ਹੁੰਦੇ ਆ। ਅੱਗੇ ਸਪੀਕਰ ਨੂੰ ਚੁੱਕ ਕੇ ਬਾਹਰ ਸੁੱਟਿਆ ਜਾਂਦਾ ਵੀ ਵੇਖਿਆ। ਜਿਹੜਾ ਉਸ ਵਕਤ ਸਪੀਕਰ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਉਹਨੇ ਹਾਊਸ ਉਠਾਤਾ, ਉਹਦੀ ਥਾਂ ਦੇ ਉੱਤੇ ਫਿਰ ਦੂਸਰਿਆਂ ਨਾਲ ਭਾਜਪਾ ਵਾਲਿਆਂ ਨੇ ਸਪੀਕਰ ਹੀ ਉਸ ਨੂੰ ਧੱਕੇ ਬਾਹਰ ਸੁੱਟ ਕੇ ਤੇ ਉਹਦੀ ਥਾਂ ਤੇ ਆਪਣਾ ਸਪੀਕਰ ਬਿਠਾਤਾ ਸੀ। ਉਹ 3 ਸਾਲ ਤੱਕ ਧੱਕੇ ਨਾਲ ਰਾਜ ਕਰਦਾ ਰਿਹਾ। ਬਾਅਦ ਵਿੱਚ ਉਹਨੂੰ ਪੱਛਮੀ ਬੰਗਾਲ ਦਾ ਜਾ ਕੇ ਗਵਰਨਰ ਲਾਤਾ ਸੀ ਭਾਜਪਾ ਨੇ। ਜਦੋਂ ਇਹਨਾਂ ਦੀ ਨਰਿੰਦਰ ਮੋਦੀ ਸਰਕਾਰ ਆਈ ਹੈ, ਅਸੀਂ ਸਪੀਕਰਾਂ ਨਾਲ ਵੀ ਬਹੁਤ ਕੁਝ ਹੁੰਦਾ ਵੇਖਿਆ ਹੋਇਆ ਜੀ। ਅਗਲੀ ਖਬਰ ਵੱਲ ਵਧਦੇ ਹਾਂ ਪੰਨੂ ਸਾਹਿਬ। ਸ਼੍ਰੀਲੰਕਾ ਦੇ ਖਿਲਾਫ ਹਿਊਮਨ ਰਾਈਟ ਨੇ ਇੱਕ ਮਤਾ ਪਾਸ ਕੀਤਾ ਹੈ। ਇਹ ਕੀ ਮਤਾ ਹੈ? ਭਾਰਤ ਵਿੱਚ ਇਹਦਾ ਕੀ ਯੋਗਦਾਨ ਰਿਹਾ? ਦੇਖੋ, ਯੂਐਨਓ ਦਾ ਹਿਊਮਨ ਰਾਈਟਸ ਕਮਿਸ਼ਨ ਹੈ ਉੱਥੇ ਸਵਿਟਜ਼ਰਲੈਂਡ ਦੇ ਵਿੱਚ ਜੀ। ਉਹਦੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਇੱਕ ਮਤਾ ਪੇਸ਼ ਹੋਇਆ ਸੀ ਕਿ ਉੱਥੇ ਲੋਕਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਹੇ ਨੇ। ਇਦਾਂ ਦਾ ਜਿਹੜਾ ਮਤਾ ਕਿਸੇ ਵੀ ਦੇਸ਼ ਵਿੱਚ ਜਿੱਥੇ ਜ਼ੁਲਮ ਹੁੰਦੇ ਹਨ ਉਹਦੇ ਖਿਲਾਫ ਪੇਸ਼ ਹੋ ਸਕਦਾ। ਬਹਿਸ ਹੁੰਦੀ ਹੈ, ਵੋਟਾਂ ਪੈਂਦੀਆਂ। ਭਾਰਤ ਵਾਸਤੇ ਸਮੱਸਿਆ ਇੱਕ ਬਹੁਤ ਵੱਡੀ ਬਣ ਗਈ। ਮਸਲਾ ਇਹ ਸੀ ਕਿ ਕਿਉਂਕਿ ਉੱਥੇ ਤਾਮਿਲਾਂ ਤੇ ਜ਼ੁਲਮ ਹੁੰਦੇ ਆ ਤੇ ਤਾਮਿਲਾਂ ਦਾ ਪਿਛੋਕੜ ਜਿਹੜਾ ਉਹ ਸਾਡੇ ਤਾਮਿਲਨਾਡੂ ਨਾਲ ਹੈ। ਤਾਮਿਲਨਾਡੂ ਵਿੱਚ ਇਸ ਵੇਲੇ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ। ਜੇ ਨਰਿੰਦਰ ਮੋਦੀ ਸਰਕਾਰ ਉੱਥੇ ਸ਼੍ਰੀਲੰਕਾ ਸਰਕਾਰ ਦੀ ਮਦਦ ਕਰਦੀ, ਉਹਦੇ ਪੱਖ 'ਚ ਵੋਟ ਪਾਉਂਦੀ ਆ ਤੇ ਤਾਮਿਲਨਾਡੂ ਦੇ ਸਾਰੇ ਤਾਮਿਲ ਨਾਰਾਜ਼ ਹੋ ਜਾਣਗੇ ਤੇ ਇਹਦਾ ਵੋਟਾਂ ਵਿੱਚ ਬਿਸਤਰਾ ਗੋਲ ਹੁੰਦਾ। ਜਿਹੜੀਆਂ ਪਾਰਟੀਆਂ ਅੰਨਾ ਡੀਐਮਕੇ ਤੇ ਹੋਰ ਪਾਰਟੀਆਂ ਦੇ ਨਾਲ ਐਨਡੀਏ ਗੱਠਜੋੜ ਵਿੱਚ ਨੇ, ਉਹ ਵੀ ਪਾਰਟੀਆਂ ਨਾਰਾਜ਼ ਹੁੰਦੀਆਂ ਸੀ। ਦੂਸਰੇ ਪਾਸੇ ਸਮੱਸਿਆ ਇਹ ਸੀ ਕਿ ਜੇ ਤਾਮਿਲਾਂ ਦੀਆਂ ਵੋਟਾਂ ਵਾਸਤੇ ਭਾਰਤ ਸਰਕਾਰ ਕੋਈ ਡਟ ਕੇ ਸਟੈਂਡ ਲੈਂਦੀ ਸ਼੍ਰੀਲੰਕਾ ਦੇ ਖਿਲਾਫ, ਤੇ ਉਧਰ ਦੂਸਰੀ ਸਮੱਸਿਆ, ਸ਼੍ਰੀਲੰਕਾ ਪਹਿਲਾਂ ਹੀ ਚੀਨ ਦੇ ਤੇ ਪਾਕਿਸਤਾਨ ਦੇ ਨੇੜੇ ਜਾ ਰਿਹਾ। ਉਹਨੇ ਆਪਣੀ ਇੱਕ ਬੰਦਰਗਾਹ ਜਿਹੜੀ ਹੈ ਹੰਬਨ ਟੋਟਾ, ਉਹ ਪਹਿਲਾਂ ਹੀ ਚੀਨ ਵਾਲਿਆਂ ਨੂੰ ਸੌਂਪੀ ਪਈ ਆ। ਜੇ ਇਹੋ ਜਿਹੇ ਹਾਲਾਤ ਦੇ ਵਿੱਚ ਭਾਰਤ ਤਾਮਿਲਾਂ ਦੀਆਂ ਵੋਟਾਂ ਖਾਤਰ ਨਰਿੰਦਰ ਮੋਦੀ ਸਰਕਾਰ ਕਿਸੇ ਤਰੀਕੇ ਸ਼੍ਰੀਲੰਕਾ ਦੇ ਖਿਲਾਫ ਸਟੈਂਡ ਲੈ ਲੈਂਦੀ ਤੇ ਉਹਦਾ ਫਿਰ ਨਤੀਜਾ ਇਹ ਨਿਕਲਣਾ ਸੀ ਕਿ ਉੱਥੇ ਸ਼੍ਰੀਲੰਕਾ ਦੀ ਸਰਕਾਰ ਨੇ ਭਾਰਤ ਦੀ ਘੇਰਾਬੰਦੀ ਕਰਨ ਵਾਸਤੇ ਚੀਨ ਦਾ ਤੇ ਪਾਕਿਸਤਾਨ ਦਾ ਸਾਥ ਦੇਣਾ ਸੀ। ਇਸ ਕਰਕੇ ਭਾਰਤ ਨੇ ਵਿਚਲਾ ਰਾਹ ਚੁਣਿਆ ਕਿ ਜਦੋਂ ਵੋਟਾਂ ਪੈਣ ਲੱਗੀਆਂ, ਉੱਥੇ 47 ਮੈਂਬਰ ਹਾਜ਼ਰ ਸਨ। 47 ਚੋਂ 14 ਜਣੇ ਉੱਠ ਕੇ ਬਾਹਰ ਚਲੇ ਗਏ। ਉਹਨੇ ਆਖਿਆ ਸੀ ਕਿਸੇ ਪਾਸੇ ਵੋਟ ਨਹੀਂ ਪਾਉਣੀ। ਉਹਨਾਂ 14 ਦੇ ਵਿੱਚ ਇੱਕ ਭਾਰਤ ਸੀ। ਨਾ ਸ਼੍ਰੀਲੰਕਾ ਦੇ ਪੱਖ ਵਿੱਚ ਵੋਟ ਪਾਈ, ਨਾ ਸ਼੍ਰੀਲੰਕਾ ਦੇ ਵਿਰੋਧ ਵਿੱਚ ਪਾਈ। ਪਰ ਜਿਹੜੇ ਦੂਸਰੇ ਸ਼ਰੀਕ ਸੀ ਦੋਵੇਂ, ਪਾਕਿਸਤਾਨ ਵੀ ਤੇ ਚੀਨ ਵੀ, ਉਹਨਾਂ ਨੇ ਸ਼੍ਰੀਲੰਕਾ ਦਾ ਪੱਖ ਠੋਕ ਕੇ ਪੇਸ਼ ਕੀਤਾ, ਉਹਦੇ ਨਾਲ ਖਲੋਤੇ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੋਵਾਂ ਦੇ, ਰੂਸ ਦੇ ਵੀ ਖਲੋਣ ਦੇ ਬਾਵਜੂਦ ਸ਼੍ਰੀਲੰਕਾ ਦੇ ਕੋਲ 11 ਵੋਟਾਂ ਸੀ
ਤੇ 22 ਵੋਟਾਂ ਉਹਦੇ ਖਿਲਾਫ ਭੁਗਤੀਆਂ, ਸ੍ਰੀਲੰਕਾ ਦੇ ਖਿਲਾਫ ਮਤਾ ਪਾਸ ਹੋ ਗਿਆ। ਪਰ ਇਹਦੇ ਚੋਂ ਜਿਹੜੀ ਭਾਰਤ ਸਰਕਾਰ ਆ ਉਹ ਇਸ ਤਰ੍ਹਾਂ ਕੰਨੀ ਖਿਸਕਾ ਗਈ ਕਿ ਨਾ ਹੱਕ 'ਚ ਨਾ ਵਿਰੋਧ 'ਚ ਵੋਟ ਕੋਈ ਨਹੀਂ ਪਾਈ। ਜੇ ਹੱਕ 'ਚ ਪਾਉਂਦੇ ਤੇ ਤਾਮਿਲਾਂ ਦੀਆਂ ਵੋਟਾਂ ਨਾਰਾਜ਼ ਹੁੰਦੀਆਂ, ਜੇ ਵਿਰੋਧ 'ਚ ਪਾਉਂਦੇ ਤੇ ਫਿਰ ਸ੍ਰੀਲੰਕਾ ਨਾਰਾਜ਼ ਹੁੰਦਾ ਸੀ। ਇਹਨਾਂ ਨੇ ਇੱਕ ਤਰ੍ਹਾਂ ਨਾਲ ਕੰਨੀ ਖਿਸਕਾਈ ਹੈ ਜੀ। ਇੱਕ ਖਬਰ ਹੋਰ ਹੈ ਜੀ, ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਚੁਣੀ ਗਈ ਸੀ ਰਸ਼ਮੀ ਸਾਵੰਤ। ਹੁਣ ਉਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਪਤਾ ਇਹ ਲੱਗਾ ਕਿ ਉਹਦੇ ਨਾਲ ਵੀ ਨਸਲਵਾਦ ਦਾ ਮਾਮਲਾ ਸਾਹਮਣੇ ਆਇਆ। ਇਹ ਹੁਣ ਇਸ ਕੇਸ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਉਸ ਕੁੜੀ ਤੋਂ ਪਹਿਲਾਂ ਵੀ ਕਈ ਭਾਰਤੀ ਉੱਥੇ ਪ੍ਰਧਾਨ ਬਣਦੇ ਰਹੇ ਨੇ ਜੀ। ਇਹ ਕੁੜੀ ਚੁਣੀ ਗਈ, ਇਹਦੇ ਉੱਤੇ ਭਾਰਤੀ ਲੋਕਾਂ ਨੇ ਬੜਾ ਮਾਣ ਮਹਿਸੂਸ ਕੀਤਾ ਸੀ ਕਿ ਆਕਸਫੋਰਡ ਯੂਨੀਵਰਸਿਟੀ, ਜਿਹਦਾ ਸਾਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮਾਣ ਸਤਿਕਾਰ ਹੈ, ਬੜਾ ਵਕਾਰ ਹੈ, ਉੱਥੇ ਕੋਈ ਭਾਰਤੀ ਕੁੜੀ ਇਸ ਤਰ੍ਹਾਂ ਚੁਣੀ ਗਈ ਹੈ। ਵੋਟਾਂ ਦੇ ਵਿੱਚ ਵੀ ਇਹ ਬਹੁਤ ਵੱਡੇ ਫਰਕ ਨਾਲ ਜਿੱਤ ਗਈ ਸੀ ਔਰ ਜਿੱਤਣ ਤੇ ਸਾਰਿਆਂ ਨੇ ਮਾਣ ਮਹਿਸੂਸ ਕੀਤਾ ਸੀ। ਇਹਨੇ ਇਹ ਵੀ ਆਖਿਆ ਸੀ ਜਿੱਤ ਕੇ ਕਿ ਮੈਂ ਨਸਲਵਾਦ ਨਾਲ ਸੰਬੰਧਿਤ ਜਿਹੜੇ ਸਿਲੇਬਸ ਉਹ ਵੀ ਹਟਾਉਂਗੀ। ਤੇ ਹੁਣ ਤੱਕ ਇੰਗਲੈਂਡ ਦੁਨੀਆ ਭਰ ਦੇ ਵਿੱਚ ਬਸਤੀਵਾਦ ਜਿਹੜਾ ਉਹਨੇ ਕੀਤਾ, ਅੱਡ-ਅੱਡ ਦੇਸ਼ਾਂ ਨੂੰ ਉਹਨੇ ਗੁਲਾਮ ਬਣਾਇਆ ਸੀ, ਉਹਦਾ ਉਹ ਆਪਣਾ ਜਿਹੜਾ ਪੁਰਾਣਾ ਤਜਰਬਾ ਉਹ ਸਾਰੇ ਪਾਠ ਪੜਾਉਂਦਾ ਰਿਹਾ ਤੇ ਮੈਂ ਉਹ ਸਿਲੇਬਸ ਵਿੱਚੋਂ ਕਢਾਉਣ ਦਾ ਯਤਨ ਕਰੂੰਗੀ। ਅਜੇ ਇਹਨੂੰ 3 ਦਿਨ ਨਾ ਹੋਏ, ਇਹਦੇ ਵਿਰੋਧ ਵਿੱਚ ਆਵਾਜ਼ਾਂ ਉੱਠ ਪਈਆਂ। ਇਹਨੇ ਕਿਸੇ ਵਕਤ ਗਈ ਸੀ ਥਾਈਲੈਂਡ ਜਾਂ ਕਿਸੇ ਸ਼ਾਇਦ ਇੰਡੋਨੇਸ਼ੀਆ 'ਚ ਗਈ ਸੀ। ਉੱਥੋਂ ਜਾ ਕੇ ਇਹਨੇ ਲੋਕਾਂ ਨੂੰ ਵੇਖ ਕੇ ਇੱਕ ਟਵੀਟ ਕੀਤਾ ਸੀ ਕੋਈ, ਉਹ 2-3 ਟਿੱਪਣੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਇਜ਼ਰਾਈਲ ਵਾਲਿਆਂ ਨੇ ਤੇ ਕੁਝ ਹੋਰ ਲੋਕਾਂ ਨੇ ਆਪਣੇ ਖਿਲਾਫ ਸਮਝਿਆ ਤੇ ਉਹਨਾਂ ਨੇ ਆਖਿਆ ਨਸਲਵਾਦੀ ਟਿੱਪਣੀਆਂ ਨੇ। ਉਹ ਨਸਲਵਾਦੀ ਟਿੱਪਣੀਆਂ ਦਾ ਮੁੱਦਾ ਇਹੋ ਜਿਹਾ ਉੱਠਿਆ, ਇਹਨੇ ਬਥੇਰਾ ਆਖਿਆ ਕਿ ਮੈਂ ਉਦੋਂ ਇਹ ਕੁਝ ਕੀਤਾ ਜਦੋਂ ਮੈਂ ਅਜੇ ਚੋਣ ਨਹੀਂ ਸੀ ਲੜ ਰਹੀ, ਪਰ ਉਹ ਟਿੱਪਣੀਆਂ ਦੇ ਖਿਲਾਫ ਜਾਂਦੀਆਂ ਸੀ। ਉਹ ਮੁੱਦਾ ਵੱਧ ਗਿਆ, ਇਹਨੂੰ ਫਿਰ ਅਸਤੀਫਾ ਦੇਣਾ ਪਿਆ। ਅਸਤੀਫਾ ਦੇਣ ਤੋਂ ਬਾਅਦ ਇਹ ਮਾਨਸਿਕ ਤੌਰ ਤੇ ਇੰਨੀ ਪਰੇਸ਼ਾਨ ਸੀ ਕਿ ਉੱਥੋਂ ਉੱਠ ਕੇ ਵਾਪਸ ਆ ਗਈ ਤੇ ਇੱਥੇ ਕਰਨਾਟਕਾ ਤੇ ਉਡੂਪੀ 'ਚ ਆ ਕੇ ਆਪਣੇ ਮਾਂ-ਬਾਪ ਦੀ ਮਦਦ ਨਾਲ ਹਸਪਤਾਲ 'ਚ ਦਾਖਲ ਹੋ ਗਈ। 3 ਦਿਨ ਹਸਪਤਾਲ ਦਾਖਲ ਰਹੀ। ਸਾਡੀ ਭਾਰਤ ਦੀ ਪਾਰਲੀਮੈਂਟ 'ਚ ਇਸ ਮੁੱਦੇ ਤੇ ਰੌਲਾ ਪਿਆ ਕਿ ਰਸ਼ਮੀ ਸਾਵੰਤ ਕਿਉਂਕਿ ਭਾਰਤੀ ਕੁੜੀ ਸੀ, ਨਸਲਵਾਦੀ ਚੋਟ ਹੋਈ ਆ, ਉਹਨੂੰ ਉੱਥੋਂ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਬਰਤਾਨੀਆ ਨਾਲ ਗੱਲ ਕਰੋ। ਭਾਰਤ ਸਰਕਾਰ ਨੇ ਬ੍ਰਿਟੇਨ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਨਾਲ ਗੱਲ ਕੀਤੀ ਤੇ ਹੁਣ ਉਹਨਾਂ ਨੇ ਆਖਿਆ ਅਸੀਂ ਇਹਦੀ ਪੜਤਾਲ ਕਰਾਵਾਂਗੇ ਕਿ ਇਹਦਾ ਕਸੂਰ ਕੋਈ ਸੀ ਕਿ ਨਹੀਂ, ਇਹਦੇ ਨਾਲ ਕੋਈ ਜ਼ਿਆਦਤੀ ਹੋਈ ਕਿ ਨਹੀਂ। ਇਹ ਦੋਵੇਂ ਗੱਲਾਂ ਦੀ ਉਧਰੋਂ ਤਾਂ ਉੱਥੋਂ ਦੀ ਪੁਲਿਸ ਨੇ ਸਰਕਾਰ ਦੇ ਕਹਿਣ ਤੇ ਪੜਤਾਲ ਸ਼ੁਰੂ ਕਰਤੀ ਹੈ। ਉਧਰੋਂ ਜਿਹੜੀ ਆਕਸਫੋਰਡ ਯੂਨੀਵਰਸਿਟੀ ਆ ਉਹਨਾਂ ਨੇ ਵੀ ਆਪਣੇ ਤੌਰ ਤੇ ਇਸ ਸਟੂਡੈਂਟ ਯੂਨੀਅਨ ਦੀ ਚੋਣ ਰਸ਼ਮੀ ਸਾਵੰਤ ਦਾ ਚੁਣਿਆ ਜਾਣਾ, ਚੁਣੇ ਜਾਣ ਤੋਂ ਬਾਅਦ ਉਹਦੇ ਖਿਲਾਫ ਦੋਸ਼ ਲੱਗਣੇ, ਦੋਸ਼ਾਂ ਤੋਂ ਬਾਅਦ ਉਹਦਾ ਅਸਤੀਫਾ ਦੇਣਾ, ਇਹਨਾਂ ਸਾਰੀਆਂ ਨੂੰ ਗੱਲਾਂ ਨੂੰ ਲੈ ਕੇ ਸਰਕਾਰ ਨੇ ਵੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਆਕਸਫੋਰਡ ਯੂਨੀਵਰਸਿਟੀ ਨੇ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਰਸ਼ਮੀ ਸਾਵੰਤ ਨਾਲ ਨਸਲਵਾਦੀ ਜਿਹੜੀ ਆ ਜ਼ਿਆਦਤੀ ਹੋਈ ਆ ਉਹ ਨਹੀਂ ਸੀ ਹੋਣੀ ਚਾਹੀਦੀ, ਪਰ ਦੂਸਰਾ ਪੱਖ ਇਹ ਵੀ ਆ ਕਿ ਦੂਸਰੇ ਲੋਕ ਸਮਝਦੇ ਆ ਕਿ ਪਹਿਲੀ ਟਿੱਪਣੀ ਨਸਲਵਾਦ ਵਾਲੀ ਰਸ਼ਮੀ ਸਾਵੰਤ ਨੇ ਕੀਤੀ ਸੀ। ਚਲੋ ਪੜਤਾਲ ਹੋਣ ਲੱਗੀ ਆ, ਅਸੀਂ ਉਡੀਕੀਏ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਜਾਵੇ। ਇੰਤਜ਼ਾਰ ਕਰਦੇ ਹਾਂ ਇਸ ਕੇਸ ਵਿੱਚੋਂ ਕੀ ਨਿਕਲਦਾ। ਪਨੂ ਸਾਹਿਬ, ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ ਜੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।